ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਕੈਲਗਰੀ ਤੋਂ ਜਸਜੀਤ ਸਿੰਘ ਧਾਮੀ ਅੱਜ ਦੁਬਾਰਾ ਫਿਰ ਨਵੀਂ ਅਪਡੇਟ ਦੇ ਨਾਲ ਹਾਜ਼ਰ ਹੋ ਰਿਹਾ। ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਜੀ, ਕੈਲਗਰੀ ਦੇ ਵਿੱਚ ਜਿਹੜੇ ਪਿਛਲੇ ਦਿਨੀ ਗੜੇਮਾਰੀ ਹੋਈ ਸੀ ਤਾਂ ਬੜਾ ਭਾਰੀ ਨੁਕਸਾਨ ਹੋਇਆ ਸੀਗਾ। ਉਹਦੇ ਬਾਰੇ ਅੱਜ ਹਲਕਾ ਫਲਕਰੇਜ ਤੋਂ ਜਿਹੜੇ ਵਿਧਾਇਕ ਨੇ ਦਵਿੰਦਰ ਸਿੰਘ ਤੂਰ, ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਗੱਲਬਾਤ ਕੀਤੀ ਆ। ਪਿਛਲੇ ਦਿਨੀ ਜਿਹੜੀ ਗੜੇਮਾਰੀ ਹੋਈ ਸੀ ਉਹਦੇ ਨਾਲ ਜਿੱਥੇ ਲੋਕਾਂ ਦੇ ਘਰਾਂ ਦਾ ਅਤੇ ਨਿੱਜੀ ਜਾਇਦਾਦਾਂ ਦਾ ਨੁਕਸਾਨ ਪਹੁੰਚਿਆ, ਨਾਲ ਉਹਨਾਂ ਦੀਆਂ ਬਾਹਰ ਖੜ੍ਹੀਆਂ ਗੱਡੀਆਂ ਦੇ ਉੱਤੇ ਵੀ ਭਾਰੀ ਨੁਕਸਾਨ ਹੋਇਆ, ਜਿੱਥੇ ਉਹਨਾਂ ਨੇ ਹਮਦਰਦੀ ਪ੍ਰਗਟ ਕੀਤੀ ਹੈ। ਨਾਲ ਅਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਉਹਨਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਮੌਕੇ 'ਤੇ ਆ ਕੇ ਪਿਛਲੇ ਦਿਨ ਹੀ ਜਾਇਜ਼ਾ ਲਿਆ ਅਤੇ ਲੋਕਾਂ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਜੀ। ਲਓ ਆਪਾਂ ਹੁਣ ਗੱਲਬਾਤ ਸੁਣਦੇ ਹਾਂ ਜੀ, ਜਿਹੜੀ ਉਹਨਾਂ ਨੇ ਅੱਜ ਵਿਧਾਨ ਸਭਾ ਦੇ ਵਿੱਚ ਦਵਿੰਦਰ ਸਿੰਘ ਤੂਰ ਉਹਨਾਂ ਨੇ ਗੱਲਬਾਤ ਕਹੀ ਆ। Mr. Speaker, with the COVID-19 pandemic still at the forefront of our provincial conversation, we must also take the time to acknowledge other hardships facing Albertans. Last week, city of Calgary and surrounding region was hard hit by the devastating hailstorm and flash floods. Calgary Northeast, where my constituency is located, took the brunt of this storm, and many residents have experienced damage to their homes and other property. This could not have come at the worst time for many people. This is just another layer on the top of an already rough year. With that being said, Calgary is no stranger to severe storms, and I'm very proud of my community for their resiliency. I have heard many great stories about neighbors helping neighbors, from shoveling ice away from roadways to helping patch up shattered windows. Everyone in the community did their part. Our first responders have also done a fantastic job in assisting the community through rescuing stranded drivers, redirecting traffic to safer routes, and draining flooded streets. I thank them once again for their tireless efforts. If there is one positive thing we can take away from this devastating storm, it is that there have been no reported injuries among residents. Property can be replaced. What our health and safety will always be of the utmost importance. Just like the flooding back in 2013, I have no doubt that Calgarians will bounce back from this. The solidarity with our communities grow with every hit we take, and I am emboldened by the spirit of Calgarians shown on a daily basis. Lastly, I would like to thank the Premier for visiting some of the damaged homes late last week. I know that meant a lot to my constituents. Thank you. ਇਸ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਜੀ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਦੀ, ਜੋ ਕਿ ਮਾਰਚ ਮਹੀਨੇ ਤੋਂ ਲੋੜਵੰਦਾਂ ਦੇ ਜਦੋਂ ਤੋਂ ਕੋਵਿਡ-19 ਆਇਆ ਹੋਇਆ ਆ, ਪ੍ਰਭਾਵਿਤ ਹੋਇਆ ਆ, ਲੋਕਾਂ ਨੂੰ ਲੋੜਵੰਦਾਂ ਨੂੰ ਖਾਣ ਵਾਸਤੇ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ, ਹੋਰ ਲੋੜਵੰਦਾਂ ਨੂੰ ਜਿਹੜੀਆਂ ਜ਼ਰੂਰੀ ਚੀਜ਼ਾਂ ਆ ਉਹ ਮੁਹੱਈਆ ਕਰਵਾਈਆਂ ਜਾ ਰਹੀਆਂ। ਇਸ ਦੇ ਨਾਲ ਹੀ ਹੁਣ ਇਸ ਟਾਈਮ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਆ ਸੁੰਦਰੀਕਰਨ ਮੁਹਿੰਮ ਅਧੀਨ ਜਿਹੜਾ ਆ ਉੱਥੇ ਪ੍ਰੋਗਰਾਮ ਚੱਲ ਰਿਹਾ ਜੀ। ਜਿਹੜੇ ਪੰਜਾਬ ਯੂਨੀਵਰਸਿਟੀ ਤੋਂ ਜਿਹੜੇ ਸਾਬਕਾ ਵਿਦਿਆਰਥੀ ਕੈਲਗਰੀ ਆਏ ਹੋਏ ਨੇ ਉਹ ਉੱਥੇ ਸੇਵਾ ਨਿਭਾ ਰਹੇ ਨੇ। ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦਾ ਜਿਹੜਾ ਮੇਨ ਗੇਟ ਆ ਜੀ, ਜਿੱਥੋਂ ਸੈਂਟਰ ਦੇ ਨਿਸ਼ਾਨ ਸਾਹਿਬ ਦੀ ਜਿਹੜੀ ਮੇਨ ਸੜਕ ਆ ਉਹਦੇ ਆਲੇ ਦੁਆਲੇ ਉਹ ਫੁੱਲ ਬੂਟੇ ਲਗਾ ਕੇ ਉਹਨੂੰ ਸੁੰਦਰੀਕਰਨ ਦੀ ਮੁਹਿੰਮ ਦੇ ਵਿੱਚ ਹਿੱਸਾ ਪਾ ਰਹੇ ਨੇ। ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਦੇ ਪ੍ਰਧਾਨ ਸਾਹਿਬ ਅਮਨਪ੍ਰੀਤ ਸਿੰਘ ਗਿੱਲ ਉਹਨਾਂ ਨੇ ਸਾਰੇ ਹੀ ਵਲੰਟੀਅਰਾਂ ਦਾ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਹੈ ਜੀ। ਇਸ ਦੇ ਨਾਲ ਹੀ ਜੇ ਆਪਾਂ ਅਲਬਰਟਾ ਅਤੇ ਕੈਨੇਡਾ ਦੇ ਅੰਕੜਿਆਂ ਦੀ ਗੱਲ ਕਰੀਏ, ਇਸ ਟਾਈਮ ਕੈਨੇਡਾ ਦੇ ਵਿੱਚ 1,01,682 ਕੇਸ ਸਾਹਮਣੇ ਆਏ ਨੇ ਜੀ। ਮੌਤਾਂ ਦੀ ਗਿਣਤੀ 8,436 ਹੋ ਚੁੱਕੀ ਹੈ ਜੀ। ਜੇ ਹੁਣ ਆਪਾਂ ਅਲਬਰਟਾ ਦੀ ਗੱਲ ਕਰੀਏ, ਅਲਬਰਟਾ ਸੂਬੇ ਦੇ ਵਿੱਚ 7,781 ਕੇਸ ਸਾਹਮਣੇ ਆਏ ਨੇ। ਨਵੇਂ ਕੇਸ ਇਹਦੇ ਵਿੱਚ 45 ਜੋੜੇ ਗਏ ਨੇ ਜੀ। ਅੱਜ ਐਕਟਿਵ ਕੇਸ ਨੇ ਉਹ ਇਸ ਲਈ 532 ਨੇ ਜੀ। ਤੰਦਰੁਸਤ ਕੇਸ 7,096 ਹੋ ਚੁੱਕੇ ਨੇ ਅਤੇ ਹੋਸਪਿਟਲ ਦੇ ਵਿੱਚ 37 ਕੇਸ ਇਸ ਵੇਲੇ ਜਿਹੜੇ ਦਾਖਲ ਨੇ ਅਤੇ ICU ਦੇ ਵਿੱਚ 6 ਨੇ ਜੀ। ਮੌਤਾਂ ਦੀ ਗਿਣਤੀ ਹੁਣ ਤੱਕ 153 ਹੋ ਚੁੱਕੀ ਹੈ ਜੀ। ਅਤੇ ਕੁੱਲ ਟੈਸਟ ਜਿਹੜੇ ਆ 4,02,837 ਹੋ ਚੁੱਕੇ ਨੇ ਜੀ। ਜੇ ਹੁਣ ਆਪਾਂ ਵੱਖ-ਵੱਖ ਜ਼ੋਨਾਂ ਦੀ ਗੱਲ ਕਰੀਏ ਜੀ, ਕੈਲਗਰੀ ਜ਼ੋਨ ਦੇ ਵਿੱਚ 5,218 ਕੇਸ ਸਾਹਮਣੇ ਆਏ ਨੇ। ਐਡਮਿੰਟਨ ਜ਼ੋਨ ਦੇ ਵਿੱਚ 885 ਕੇਸ ਸਾਹਮਣੇ ਆਏ ਨੇ। ਸੈਂਟਰਲ ਜ਼ੋਨ ਦੇ ਵਿੱਚ 99 ਕੇਸ ਸਾਹਮਣੇ ਆਏ ਨੇ। ਸਾਊਥ ਜ਼ੋਨ ਦੇ ਵਿੱਚ 1,290 ਕੇਸ ਸਾਹਮਣੇ ਆਏ ਨੇ ਜੀ। ਨਾਰਥ ਜ਼ੋਨ ਦੇ ਵਿੱਚ 282 ਕੇਸ ਸਾਹਮਣੇ ਆਏ ਨੇ ਜੀ। ਅਣਜਾਣ ਥਾਵਾਂ ਤੋਂ 17 ਕੇਸ ਪਾਏ ਗਏ ਨੇ, ਜਿਨ੍ਹਾਂ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ। ਆਓ ਆਪਾਂ ਅੱਜ ਸੁਣਦੇ ਹਾਂ ਜੀ ਡਾਕਟਰ ਡੀਨਾ ਹਿੰਸਾ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਜਿਹੜੀ ਜਾਣਕਾਰੀ ਦਿੱਤੀ ਹੈ ਜੀ।
I'm pleased to report that today, 7,096 Albertans have now recovered from COVID-19. We conducted over 6,500 new tests yesterday and identified 45 additional cases in the province. Currently, 37 people are hospitalized with COVID-19, with 6 of these in ICU. I am happy to report that there are no new deaths to report in Alberta. I want to inform the public that recently our lab identified a group of 800 samples that were collected last week but delayed in getting tested due to a transportation issue. There were 6 positive tests in this group, and the individuals who tested positive have been contacted, and contact tracing is underway. Out of an abundance of caution, a small number of those who tested negative may need to be retested if they were symptomatic. The likelihood of an inaccurate result is extremely low, but the lab will be contacting those individuals who tested negative to let them know that there was a delay in testing their sample and discuss whether or not they need another test. Today, I also want to let you know we are listing an outbreak at the Misericordia Hospital in Edmonton. This outbreak is confined to a single unit, and so far 6 patients and 2 staff have tested positive. Outbreak protocols have already been implemented, and all staff or patients who may have been exposed are being tested. We currently have 532 active cases in Alberta, with 236 of them in the Edmonton zone. I know that many are following these numbers closely. We also continue to monitor the situation closely, including adding the northeast region of Edmonton to Alberta's watch list yesterday. It's important to remember that this list is simply an indicator that health officials need to take a closer look at what is going on. We were in contact with Alberta Health Services and the City of Edmonton, and at this time, there are no additional measures that are needed. As many of you know, a number of restaurants closed in Edmonton over this past weekend, and I've had multiple people ask if Alberta Health or AHS ordered those businesses to close. We did not require closures, and to date there are no known outbreaks at these locations. As part of the guidance we have provided, all restaurants are expected to have procedures in place for rapid response if a staff member or patron develops symptoms of COVID-19. These closures were operational decisions made by the owners of these restaurants. I know that restaurants, cafes, and pubs play a significant role in our society, and that this news was concerning for some Albertans. It is an important reminder that the virus is still here. As we move forward, we will continue to see some new cases in all sectors, including the food service industry, and ongoing use of preventive measures is needed to keep this spread low. It's important to take every case seriously, but also to remember one case does not automatically require a business to close for public health reasons. It also does not mean that anyone who visited the same establishment is automatically at risk. Determining who is at risk is something that our contact tracing teams closely assess based on when the individual became symptomatic and 2 days prior to that point. Anyone at risk of exposure is immediately contacted, offered testing, and required to isolate. ਇਹ ਸੀ ਜੀ ਸਾਡੀ ਅੱਜ ਦੀ ਅਪਡੇਟ ਤੇ ਅਹਿਮ ਖਬਰਾਂ। ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ। ਦੇਸ਼ ਦੁਨੀਆ ਤੇ ਕਰੋਨਾ ਮਹਾਮਾਰੀ ਦਾ ਅਸਰ। ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।